ਤੇ ਸਮੂਹ ਸਟਾਫ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ, ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਧੰਨਵਾਦੀ ਹੈ ਕਿ ਇੰਨਾ ਤੁਸੀਂ ਮਾਣ ਬਖਸ਼ਿਆ, ਇੰਨਾ ਸਨਮਾਨ ਬਖਸ਼ਿਆ। ਥੈਂਕ ਯੂ ਵੈਰੀ ਮਚ ਫॉर दैट। ਔਰ ਇੰਨਾ ਆਪਣਾ ਕੀਮਤੀ ਸਮਾਂ ਜਿਹੜਾ ਹੈ ਤੁਸੀਂ ਡਿਵੋਟ ਕੀਤਾ ਹੈ ਇਸ ਦਿਨ ਲਈ। ਔਰ ਇੱਕ ਮੈਂ ਰਾਤੀ ਸੋਚ ਰਿਹਾ ਸੀਗਾ ਵੀ ਦੋ ਵਧਾਈਆਂ ਜਿਹੜੀਆਂ ਸਟਾਫ ਵਾਸਤੇ ਕੱਲ ਬਣ ਗਈਆਂ। ਇੱਕ ਰਿਪੋਰਟ ਨੈਗੇਟਿਵ ਆ ਗਈ ਤੇ ਇੱਕ ਪੋਜ਼ਿਟਿਵ ਆ ਗਈ। ਰਿਪੋਰਟ ਸਾਰੇ ਦੀ ਨੈਗੇਟਿਵ ਆ ਗਈਆਂ, ਸੈਲਰੀ ਰਿਪੋਰਟ ਪੋਜ਼ਿਟਿਵ ਹੋ ਗਈ ਹੈ। ਹਾਂਜੀ, ਵੀ ਮੇਰੀ ਰਿਟਾਇਰਮੈਂਟ ਤੋਂ ਪਹਿਲਾਂ ਬਾਕੀ ਮੈਂ ਥੋੜਾ ਜਿਹਾ ਬਰੀਕ, ਵੈਸੇ ਤਾਂ ਬਲਰਾਜ ਸਰ ਨੇ ਦੱਸਦਾ ਹੈ, ਚਲੋ ਮੈਂ ਥੋੜਾ ਹੋਰ ਚਾਹਨਾ ਪਾ ਦਿਆਂ। ਬੇਸਿਕਲੀ ਮੈਂ ਮਤਲਬ ਕਹਿ ਨਹੀਂ ਸਕਦਾ ਕਿ ਮੱਧਮ ਵਰਗ ਜਾਂ ਮਿਡਲ ਫੈਮਿਲੀ ਦੇ ਵਿੱਚੋਂ ਮੈਂ ਬਿਲੋਂਗ ਕਰਦਾ, ਕਿਉਂਕਿ ਜਿੰਨੇ ਕਿਸਾਨ ਪਰਿਵਾਰ ਉਹ ਸਾਰੇ ਮੈਂ ਮੋਸਟਲੀ ਕਹਿੰਦਾ ਕਿ ਆਪਾਂ ਗਰੀਬ ਪਰਿਵਾਰ ਕਹਿ ਸਕਦੇ ਕੁਝ ਨੂੰ ਛੱਡ ਕੇ। ਮੈਂ ਇੱਕ ਬੜੇ ਸਧਾਰਨ ਜਿਹੇ ਪਰਿਵਾਰ ਦੇ ਵਿੱਚ ਡਿਸਟ੍ਰਿਕਟ ਅੰਮ੍ਰਿਤਸਰ ਦੇ ਵਿੱਚ ਬਾਰਡਰ ਬੈਲਟ ਦੇ ਉੱਤੇ, ਜਿਹਨੂੰ ਅੱਜ ਵੀ ਅਸੀਂ ਬੈਕਵਰਡ ਇਲਾਕਾ ਹੀ ਕਹਿੰਦੇ ਆ, ਅਸੀਂ ਖੁਦ ਵੀ ਮੰਨਦੇ ਹਾਂ ਕਿ ਜਿਹੜਾ ਅੰਮ੍ਰਿਤਸਰ ਡਿਸਟ੍ਰਿਕਟ ਹੈ ਉਹ ਬਾਰਡਰ ਏਰੀਆ, ਜਿਹੜਾ ਬੈਕਵਰਡ ਏਰੀਆ ਬਿਲਕੁਲ ਪਾਕਿਸਤਾਨ ਬਾਰਡਰ ਦੇ ਉੱਪਰ ਪਿੰਡ ਹੈ ਜਿੱਥੇ ਮੇਰਾ ਜਨਮ ਹੋਇਆ, ਜਿੱਥੇ ਮੇਰੇ ਮਤਲਬ ਦਾਦਾ ਪੜਦਾਦਾ ਵਿਰਾਸਤੀ ਜ਼ਮੀਨ ਆ ਸਾਡੀ ਉੱਥੇ। ਔਰ ਉੱਥੇ ਹੀ ਮੇਰਾ ਤੀਜੀ ਚੌਥੀ ਕਲਾਸ ਤੱਕ ਮੈਂ ਪੜ੍ਹਿਆ ਪਿੰਡ ਦੇ ਸਕੂਲ ਦੇ ਵਿੱਚ। ਤੇ ਮਾਹੌਲ ਕੁਛ ਇਸ ਤਰ੍ਹਾਂ ਦਾ, ਮੈਂ ਕਈ ਵਾਰੀ ਮੈਂ ਸ਼ੇਅਰ ਕੀਤਾ ਕਿ ਬਾਰਡਰ ਖੁੱਲ੍ਹਾ ਹੀ ਹੁੰਦਾ ਸੀਗਾ ਤੇ ਉਹ ਮੈਂ ਵੀ ਕਈ ਵਾਰ ਪਸ਼ੂ ਚਾਰ ਦਾ ਜਰਦਾ ਪਾਕਿਸਤਾਨ ਦੇ ਵਿੱਚ ਅੱਗੇ ਲੰਘ ਜਾਂਦਾ ਰਿਹਾ। ਉੱਥੋਂ ਸਾਰਿਆਂ ਨਾਲ ਸਿਕਿਉਰਿਟੀ ਵਾਲੇ ਨਾਲ ਜਾਣ ਪਛਾਣ ਹੁੰਦੀ ਸੀ, ਜਿਹੜੀ ਉਹ ਇੰਨੀ ਕੁ ਮੈਨੂੰ ਸੰਭਾਲ ਹੈ। ਨਹਿਰ ਤੱਕ, ਜਿਹੜੀ ਜੀ ਤੁਸੀਂ ਚੋਗਲ ਨਹਿਰ ਕਹਿ ਦਿੰਦੇ, ਉੱਥੋਂ ਤੱਕ ਚਲੇ ਜਾਈਦਾ ਸੀਗਾ। ਤੇ ਉਹਨਾਂ ਹਾਲਾਤਾਂ ਦੇ ਵਿੱਚ ਵਿਚਰੇ ਆ। ਚਲੋ ਉਸ ਤੋਂ ਬਾਅਦ 65 ਦਾ ਜੰਗ ਹੋਇਆ, ਉਹ ਜ਼ਿਆਦਾ ਸੰਭਾਲ ਨਹੀਂ ਸੀ, ਲੇਕਿਨ ਜਿਹੜਾ 71 ਦਾ ਜੰਗ ਲੱਗਿਆ ਉਹਦੀ ਮੈਨੂੰ ਪੂਰੀ ਸੰਭਾਲ ਹੈ। ਪੂਰਾ ਮੈਂ ਦੇਖਿਆ। ਅਸੀਂ ਖੁਦ ਫੌਜ ਨੂੰ ਮੋਰਚਿਆਂ ਦੇ ਵਿੱਚ ਜਾ ਕੇ ਚਾਹ ਚੂਹ ਦਿੰਦੇ ਰਹੇ, ਜਿੰਨਾ ਚਿਰ ਰਹੇ। ਉਸ ਤੋਂ ਬਾਅਦ ਸ਼ਿਫਟ ਹੋ ਗਏ ਤੇ ਉਹ ਉਹਨਾਂ ਹਾਲਾਤਾਂ ਕਰਕੇ ਸਾਡੇ ਬਜ਼ੁਰਗਾਂ ਨੇ ਜੀਰਾ ਆ ਕੇ ਜ਼ਮੀਨ ਪਰਚੇਜ਼ ਕਰ ਲਈ ਸੀ ਵੀ ਇਹ ਜਦੋਂ ਜੰਗ ਲੱਗਦਾ ਉਦੋਂ ਸਾਨੂੰ ਭੱਜਣਾ ਪੈਂਦਾ, ਉੱਠਣਾ ਪੈਂਦਾ। ਤੇ ਇੱਥੇ ਅਸੀਂ ਜੀਰੇ ਜ਼ਮੀਨ ਲੈ ਲਈ। ਫਿਰ ਉਸ ਤੋਂ ਬਾਅਦ ਮੇਰੀ ਸਟੱਡੀ ਇੱਥੇ ਸ਼ੁਰੂ ਹੋਈ। ਜੀਰੇ ਮੈਂ ਪੜ੍ਹਿਆ, ਪਹਿਲਾਂ ਸੈਂਟ ਜੌਨ ਮਾਡਲ ਸਕੂਲ ਹੁੰਦਾ ਸੀਗਾ ਜੀਰੇ, ਜੀ ਕੋਈ ਇੱਕ ਬਾਹਰ ਸਕੂਲ ਸੀਗਾ, ਉੱਥੇ ਮੈਂ ਪੜ੍ਹਿਆ 8ਵੀਂ ਤੱਕ। 9ਵੀਂ 10ਵੀਂ ਮੈਂ JM ਸੀਨੀਅਰ ਸੈਕੰਡਰੀ ਸਕੂਲ ਜੀਰਾ ਤੋਂ ਕੀਤੀ। ਉਸ ਤੋਂ ਬਾਅਦ ਮਨ ਦੇ ਵਿੱਚ ਸ਼ੌਂਕ ਸੀਗਾ ਕਿ ਮੈਂ ਟੀਚਰ ਬਣਨਾ, ਤੇ ਜਿੰਨੀ ਗਾਈਡੈਂਸ ਮਿਲੀ ਉਦੋਂ RSD ਕਾਲਜ ਫਿਰੋਜ਼ਪੁਰ ਜਾ ਕੇ ਐਡਮਿਸ਼ਨ ਲਈ। ਉੱਥੋਂ BSc ਦੀ ਸਟੱਡੀ ਜਿਹੜੀ ਹੈ ਪੂਰੀ ਕੀਤੀ। BSc ਤੋਂ ਬਾਅਦ B.Ed ਮੋਗੇ ਐਡਮਿਸ਼ਨ ਲਈ 86-87 ਦੇ ਵਿੱਚ ਇੱਥੇ ਕੀਤੀ। B.Ed ਕਰਨ ਤੋਂ ਬਾਅਦ ਇੱਕਦਮ ਜਿਵੇਂ ਵਿਹਲੇ ਜਿਹੇ ਹੋ ਗਏ। ਔਰ ਡਿਊਰਿੰਗ ਦੈਟ ਪੀਰੀਅਡ ਜਦੋਂ ਮੇਰੀ ਸਟੱਡੀ ਚੱਲਦੀ ਰਹੀ ਹੈ, ਵਿੱਚ ਇੱਕ ਮੈਂ ਜ਼ਿਆਦਾ ਡਿਟੇਲ 'ਚ ਨਾ ਜਾਵਾਂ, ਕੁਛ ਵਿੱਚੋਂ ਜਿਵੇਂ ਗਾਈਡੈਂਸ ਦੀ ਘਾਟ ਹੁੰਦੀ ਹੈ ਜਾਂ ਕਿਸ ਤਰ੍ਹਾਂ, ਕੁਛ ਇੱਕ ਦੋ ਬੱਚੇ ਮੇਰੇ ਨਾਲ ਪੜ੍ਹਦੇ ਸੀ ਚੌਥੀ ਪੰਜਵੀਂ 'ਚ ਜੀਰੇ ਸਾਵਣਵਾਲ ਸਕੂਲ ਹੁੰਦਾ ਸੀਗਾ, ਤਾਂ ਉਹ ਗਾਈਡੈਂਸ ਕਰਕੇ ਸਕੂਲੋਂ ਜਿਵੇਂ ਉਹਨਾਂ ਨਾਲ ਚਲੇ ਚੁਲੇ ਜਾਣਾ ਵੀ ਚੱਲ ਠੀਕ ਹੈ ਆ ਜਾ ਯਾਰ ਚੱਲਦੇ ਕੋਈ ਗੱਲ ਨਹੀਂ। ਤਾਂ ਉਹ ਉਦੋਂ ਰਿਜ਼ਲਟ ਟੁੱਟ ਵੀ ਸਕੂਲ ਦੇ ਵਿੱਚ ਹੀ ਹੁੰਦੇ ਸੀ ਤੇ ਉਹ ਥੋੜ੍ਹੀ ਜਿਹੀ ਉਹਨਾਂ ਨੇ ਹੇਰਾਫੇਰੀ ਕੀਤੀ। ਮੇਰੇ ਨਾਮ ਦਾ ਬੱਚਾ ਕੋਈ ਹੋਰ ਪਾਸ ਕਰਦਾ ਤੇ ਮੈਨੂੰ ਉਹਨਾਂ ਨੇ ਕਰਤਾ ਵੀ ਇਹ ਤਾਂ ਸਕੂਲੋਂ 3-4 ਵਾਰੀ ਭਗੌੜੇ ਹੋਏ ਆ, ਮੈਨੂੰ ਫੇਲ ਕਰਤਾ। ਜਦੋਂ ਫੇਲ ਕਰਤਾ ਤੇ ਉਹ ਮੇਰੇ ਫਾਦਰ ਸਾਹਿਬ ਨੂੰ ਜਦੋਂ ਮੈਸੇਜ ਗਿਆ ਤੇ ਮੇਰੇ ਪਿੰਦਰ ਨੇ ਗੱਲ ਕੀਤੀ ਹੈ, ਫਾਦਰ ਸਾਹਿਬ ਦੋ ਜਣੇ ਆਏ, ਚੰਗੀ ਛੱਤਰ ਪਰੇਡ ਕੀਤੀ ਸਕੂਲ ਦੇ ਵਿੱਚ ਵੀ ਤੂੰ ਇਹ ਫੇਲ ਹੋ ਗਿਆ, ਤੂੰ ਤੇਰੇ ਦਾ ਟੀਚਰ ਕਹਿੰਦੇ ਫੇਲ ਹੋ ਗਿਆ। ਮੈਨੂੰ ਵੀ ਦੁੱਖ ਹੋਇਆ ਵੀ ਫੇਲ ਤਾਂ ਮੈਂ ਹੈ, ਮਤਲਬ ਪਤਾ ਨਹੀਂ ਕਿਵੇਂ ਫੇਲ ਕਰਦਾ। ਉਹ ਐਸਾ ਗੁੱਸਾ ਫਾਦਰ ਸਾਹਿਬ ਨੂੰ ਚੜਿਆ, ਉਹ ਕਹਿੰਦੇ ਤੈਨੂੰ ਪੜ੍ਹਾਉਣਾ ਹੀ ਨਹੀਂ, ਪੜ੍ਹਾਉਣਾ ਹੀ ਨਹੀਂ। ਤੁਸੀਂ ਯਕੀਨ ਕਰੋ ਕਿ ਮੈਂ ਛੋਟੀ ਜਿਹੀ ਉਮਰ ਦੇ ਵਿੱਚ ਖੇਤੀਬਾੜੀ ਸ਼ੁਰੂ ਕੀਤੀ। ਖੇਤੀਬਾੜੀ ਅੱਜ ਵਾਲੀ ਨਹੀਂ, ਟਰੈਕਟਰਾਂ ਵਾਲੀ ਨਹੀਂ, ਬਲਦਾਂ ਵਾਲੀ। ਮੈਂ ਬਹੁਤ ਹਲ ਵਾਇਆ, ਰਾਤ ਸਾਰੀ ਰਾਤ ਪਾਣੀ ਲਾਉਣਾ ਖੇਤਾਂ ਨੂੰ। ਫਾਦਰ ਸਾਹਿਬ ਨੇ ਕਹਿਣਾ ਚੱਲ ਤੂੰ DC ਲੱਗਣਾ, ਤੂੰ ਕੀ ਕਰਨਾ। 4 ਸਾਲ ਮੈਂ ਪੜ੍ਹਾਈ ਬੰਦ ਕਰਤੀ, ਗੈਪ ਪਾ ਗਿਆ ਮੇਰਾ ਵਿੱਚ।
4 ਸਾਲ ਦਾ ਗੈਪ ਤੋਂ ਬਾਅਦ ਮੇਰੇ ਛੋਟੇ ਬ੍ਰਦਰ ਪੜ੍ਹਨ ਲੱਗ ਪਏ ਇੰਗਲਿਸ਼ ਸਕੂਲ ਦੇ ਵਿੱਚ। ਤੇ ਉਹ ਜਿਹੜੇ ਪ੍ਰਿੰਸੀਪਲ ਆਉਂਦੇ ਸੀ ਉਹਨੇ ਮੈਨੂੰ ਉਹਨਾਂ ਨੇ ਕਹਿਣਾ ਕਿ ਵੀ ਇਹ ਤੇਰਾ ਹੈਗਾ ਟੇਸਟ ਜਿਹਾ ਹੈਗਾ, ਤੇ ਮੇਰੇ ਪੇਰੈਂਟਸ ਨੂੰ ਕਿਹਾ ਵੀ ਤੁਸੀਂ ਇਹਨੂੰ ਪੜ੍ਹਾਓ। ਫਿਰ ਉਹਨੇ ਕਹਿਣਾ ਵੀ ਇਹਨੇ ਕਿਹੜਾ ਡੀਸੀ ਲੱਗਣਾ। ਚਲੋ ਮੇਰੇ ਮਦਰ ਚਾਹੁੰਦੇ ਸੀ ਕਿ ਮੇਰਾ ਪੁੱਤ ਪੜ੍ਹੇ ਤੇ ਮੈਨੂੰ ਦਾਖਲ ਕਰਾਤਾ। ਉੱਥੇ ਬੱਚੇ ਛੋਟੇ ਛੋਟੇ ਹੁੰਦੇ ਸੀ, ਅਸੀਂ 2-3 ਜਣੇ ਵੱਡੇ ਵੱਡੇ ਹੁੰਦੇ ਸੀਗੇ। ਫਿਰ ਮੈਂ 1-2 ਜਿਹੜੇ ਟੀਚਰ ਸੀ ਉਹਨਾਂ ਦੇ ਸਹਿਯੋਗ ਨਾਲ 5ਵੀਂ ਦੇ ਦੁਬਾਰਾ ਪੇਪਰ ਦਿੱਤੇ, 6ਵੀਂ 7ਵੀਂ ਦੇ ਸਕੂਲ 'ਚ ਪੇਪਰ ਦਿੱਤੇ, 8ਵੀਂ ਦੇ ਪ੍ਰਾਈਵੇਟ ਪੇਪਰ ਦਿੱਤੇ। ਯਾਨੀ 3 ਸਾਲ ਦਾ ਮੈਂ ਗੈਪ ਜਿਹੜਾ ਆਪਦਾ ਕੱਢਿਆ। ਫਿਰ ਮੈਂ ਜਾ ਕੇ 9ਵੀਂ 10ਵੀਂ 'ਚ ਉਸ ਸਕੂਲ 'ਚ ਦਾਖਲ ਹੋਇਆ। ਯਾਨੀ ਅਜੇ ਵੀ ਮੇਰੀ ਸਟੱਡੀ ਦੇ ਵਿੱਚ 1.5 ਸਾਲ ਦਾ ਗੈਪ ਜਿਹੜਾ ਉਹ ਜਿਹਨੂੰ ਲਟਕਦਾ ਹੁੰਦਾ ਤੇ ਸ਼ਾਇਦ ਉਹ ਮੇਰਾ ਐਡਵਾਂਸ ਹੋ ਜਾਂਦਾ। ਸਮੇਂ ਦੇ ਹਾਲਾਤ ਵੀ ਸਾਰੇ ਵੇਖੇ ਆ ਜੀ। ਅੱਜ ਮੈਂ ਕਹਾਂ ਅੱਜ ਜੋ ਪੋਜੀਸ਼ਨ ਪਰਮਾਤਮਾ ਨੇ ਬਖਸ਼ੀ ਹੈ ਇਹ ਪੋਜੀਸ਼ਨ ਨਹੀਂ ਸੀ ਹੈਗੀ। ਗਰੀਬੀ ਵੀ ਦੇਖੀ ਹੈ, ਤੰਗੀਆਂ ਤੁਰਸ਼ੀਆਂ ਵੀ ਦੇਖੀਆਂ। ਮੈਂ ਸਾਈਕਲ ਤੇ ਮੱਝਾਂ 15-20 ਸਾਡੀਆਂ ਰੱਖੀਆਂ ਹੁੰਦੀਆਂ ਸੀਗੀਆਂ, ਦੁੱਧ ਵੀ ਪਾ ਕੇ ਆਉਣਾ ਘਰਾਂ 'ਚ, ਫਿਰ ਡੇਅਰੀ ਤੇ ਪਾ ਕੇ ਆਉਣਾ। ਮੰਡੀ 'ਚ ਮੈਂ ਸਬਜ਼ੀ ਵੀ ਲੈ ਕੇ ਵੇਚਦਾ ਰਿਹਾ। ਵੀ ਘਰਦਿਆਂ ਨੇ ਕਹਿਣਾ ਚਲੋ ਆਹ ਲੈ ਜਾਓ ਤੇ ਆ ਵੇਚ ਕੇ ਆਓ। ਤੇ ਮਤਲਬ ਹਰ ਤਰ੍ਹਾਂ ਮੈਨੂੰ ਲੱਗਦਾ ਸ਼ਾਇਦ ਜਿਹੜਾ ਬੰਦਾ ਇਹਨਾਂ ਹਾਲਾਤਾਂ ਦੇ ਵਿੱਚੋਂ ਵਿਚਰਦਾ ਚੰਡਿਆ ਹੋ ਹੀ ਜਾਂਦਾ। ਤੇ ਮੈਂ ਤਕਰੀਬਨ ਆਪਦੇ ਹਾਲਾਤਾਂ ਦੇ ਵਿੱਚ ਪੂਰੀ ਤਰ੍ਹਾਂ ਚੰਡਿਆ ਗਿਆ ਸੀ। ਤੇ ਚਲੋ ਉਸ ਤੋਂ ਬਾਅਦ 1-2 ਟੈਸਟ ਦਿੱਤੇ, ਮੇਰੀ ਬਿਜਲੀ ਬੋਰਡ 'ਚ ਸਿਲੈਕਸ਼ਨ ਹੋ ਗਈ, ਮੈਂ ਉੱਧਰ ਜੁਆਇਨ ਕਰ ਲਿਆ। ਟਰੱਕ ਸਾਡੇ ਕੋਲ 4 ਸੀਗੇ ਬਾਦਸ਼ਾਹ ਹੋਣਾ ਲੈ। 4-5 ਸਾਲ ਮੈਂ ਟਰੱਕ ਚਲਾਏ। ਮਤਲਬ ਮੈਂ ਲੁਧਿਆਣਾ, ਅੰਮ੍ਰਿਤਸਰ, ਅਬੋਹਰ ਹਰ ਜਗ੍ਹਾ ਕਿਤੇ ਖੰਡ, ਕਿਤੇ ਕਣਕ, ਕਿਤੇ ਝੋਨਾ, ਮਤਲਬ ਹਰ ਤਰ੍ਹਾਂ ਦੇ ਮੈਂ ਟਰੱਕ ਦੇ ਲੋਡਿੰਗ ਕਰਦਾ ਰਿਹਾ। ਤੇ ਉਦੋਂ ਬੜੀ ਅਰਦਾਸ ਕਰਨੀ ਮਹਾਰਾਜ ਸੱਚੇ ਪਾਤਸ਼ਾਹ ਕਿਤੇ ਮੈਨੂੰ ਨੌਕਰੀ ਮਿਲ ਜੇ ਤੇ ਮੇਰਾ ਖਹਿੜਾ ਛੁੱਟ ਜੇ ਟਰੱਕਾਂ ਤੋਂ। ਕਿਉਂਕਿ ਫਸਟ ਕਹਿਣਾ ਚਲੋ ਵੀ ਚਲੋ ਲੁਧਿਆਣੇ ਖੰਡ ਲਾ ਕੇ ਆਓ, ਲੱਦ ਕੇ ਲਿਆਓ ਮੇਰੇ ਚੋਂ। ਤੇ ਰਾਤਾਂ ਵੀ ਕਈ ਨਹੀਂ ਮਤਲਬ ਟਰੱਕਾਂ ਦੀ ਕੱਟਣੀਆਂ। ਮਤਲਬ ਜਿਹੜਾ ਇਹੋ ਜਿਹੇ ਔਖੇ ਮੰਜ਼ਰ ਵੀ ਦੇਖੇ ਆ। ਤੇ ਚਲੋ ਪਰਮਾਤਮਾ ਨੇ ਕਿਰਪਾ ਕੀਤੀ, ਬਿਜਲੀ ਬੋਰਡ 'ਚ ਜੁਆਇਨ ਕੀਤਾ। ਉਹ ਜਿਹੜੇ 3 ਸਾਲ ਮੈਂ ਕਲੈਰੀਕਲ ਦੇ ਲਾਏ ਆ ਬਿਜਲੀ ਬੋਰਡ ਦੇ ਵਿੱਚ, ਉਹਨਾਂ 3 ਸਾਲਾਂ ਨੇ ਮੈਨੂੰ ਬਹੁਤ ਕੁਝ ਸਿਖਾਇਆ। ਕਲੈਰੀਕਲ ਕੰਮ ਉਸ ਤੋਂ ਸਿੱਖਿਆ। ਹਰ ਸੀਟ ਤੇ ਮੈਂ ਕੰਮ ਕੀਤਾ। ਮੈਡਮ ਜਾਣਦੇ ਇਹਨਾਂ ਦਾ ਡਿਪਾਰਟਮੈਂਟ ਹੈ। ਬਿਜਲੀ ਬੋਰਡ ਦੀ ਹਰ ਸੀਟ ਤੇ ਮੈਂ ਕੰਮ ਕੀਤਾ। ਜਾਨੀ ਇੱਕ ਐਸਟੀਸੀ ਤੋਂ ਏਐਸਟੀਸੀ ਤੋਂ ਲੈ ਕੇ ਸੀਸੀ ਤੱਕ, ਈਵਨ ਕਈ ਵਾਰੀ ਐਸਡੀਓ ਦੀਆਂ ਪਾਵਰਾਂ ਵੀ ਮੈਂ ਇੰਜੋਏ ਕੀਤੀਆਂ। ਐਸਡੀਓ ਕਿਉਂਕਿ ਰਿਮੋਟ ਏਰੀਆ ਸੀ ਬੱਲਾ ਵਾਲਾ, ਕਈ ਵਾਰੀ ਉਹ ਨਹੀਂ ਵੀ ਆਉਂਦੇ ਤੇ ਉਹਨਾਂ ਕਹਿਣਾ ਜੀ ਐਸਡੀਸੀ ਨੂੰ ਪੁੱਛ ਲਓ। ਤੇ ਉਹ ਪਰ ਉਦੋਂ ਐਸਡੀਓ ਦਿਲਬਾਗ ਸਿੰਘ ਹੀ ਹੁੰਦਾ ਸੀਗਾ। ਕਈ ਵਾਰੀ ਮੌਕਾ ਮਿਲਿਆ, ਕਈ ਫਲਾਈਂਗ ਤੇ ਵੀ ਜਾਂਦੇ ਰਹੇ ਬਾਹਰ ਪਿੰਡਾਂ ਦੇ ਵਿੱਚ। ਯਾਨੀ ਉਹਦਾ ਚੀਜ਼ਾਂ ਨੇ ਬਹੁਤ ਮੈਨੂੰ ਪੇ ਕੀਤਾ। ਔਰ ਫਿਰ ਮੈਂ ਰਿਜ਼ਾਈਨ ਕੀਤਾ, ਇੱਧਰ ਸਿਲੈਕਸ਼ਨ ਹੋ ਗਈ। ਤੇ ਉਹ 3 ਸਾਲ ਦੀ ਦੇਣ ਹੀ ਹੈ ਕਿ ਜੋ ਕੁਝ ਉੱਥੇ ਸਿੱਖਿਆ ਸੀ ਕਲੈਰੀਕਲ ਦੇ ਵਿੱਚ, ਉਹ ਸਾਰਾ ਕੁਝ ਇੱਥੇ ਆ ਕੇ ਮੈਂ ਅਡਾਪਟ ਕੀਤਾ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ। ਤੇ ਸਬੱਬ ਨਾਲ ਜਿੱਥੇ ਮੈਂ ਜੁਆਇਨ ਕੀਤਾ, ਕੁੱਸੂਵਾਲਾ, ਅਕਬਰ ਵਾਲਾ ਵੀ ਕਹਿੰਦੇ ਉਹਨੂੰ, ਕੁੱਸੂਵਾਲਾ ਏਰੀਆ ਵੀ ਕਹਿੰਦੇ, ਫਿਰੋਜ਼ਪੁਰ ਦਾ ਲਾਸਟ ਪਿੰਡ ਹੈ ਦਰਿਆ ਦੇ ਉੱਤੇ। ਰਿਮੋਟ ਏਰੀਆ ਸੀ ਜਿੱਥੇ ਲੋਕ ਦਿਨੇ ਵੀ ਮਤਲਬ ਆਹ ਨਸ਼ੇ ਪੱਤੇ ਵੇਚਦੇ ਰਹਿੰਦੇ ਸੀ ਤੇ ਕੋਈ ਉੱਥੇ ਜਾਂਦਾ ਨਹੀਂ ਸੀ। ਅੱਤਵਾਦੀਆਂ ਦਾ ਗੜ੍ਹ ਹੁੰਦਾ ਸੀ ਉਹ ਏਰੀਆ ਜਦੋਂ ਜਿੱਥੇ ਮੈਂ ਜੁਆਇਨ ਕੀਤਾ ਸੀਗਾ। ਉੱਥੇ ਤੁਸੀਂ ਦੇਖ ਲਓ ਕਿ ਜਦੋਂ ਮੈਂ ਜੁਆਇਨ ਕੀਤਾ ਸੀਗਾ ਪੂਰੇ ਮਿਡਲ ਸਕੂਲ ਦੇ ਵਿੱਚ 36 ਬੱਚੇ ਸੀ। ਓਨਲੀ 36, 6ਵੀਂ 'ਚ 7 'ਚ 8 ਐਂ ਲਾ ਕੇ 36 ਬੱਚੇ ਸੀ। ਕੋਈ ਕੁੜੀ ਨਹੀਂ ਸੀ ਸਕੂਲ 'ਚ ਪੜ੍ਹਦੀ। ਹੌਲੀ ਹੌਲੀ ਕੋਸ਼ਿਸ਼ ਕੀਤੀ, ਲੋਕਾਂ ਨੂੰ ਗਾਈਡ ਕੀਤਾ, ਲੜਕੀਆਂ ਲੱਗ ਪਈਆਂ ਪੜ੍ਹਨ। 36 ਤੋਂ 40 ਹੋ ਗਏ, 50 ਹੋ ਗਏ। ਤੇ ਮੈਂ ਜਦੋਂ ਤੋਂ ਜੁਆਇਨ ਕਰ ਲਿਆ ਉਦੋਂ ਤੋਂ ਮੈਂ ਮਿਡਲ ਸਕੂਲ ਦਾ ਇੰਚਾਰਜ ਬਣ ਗਿਆ। ਮਿਡਲ ਸਕੂਲ ਦੇ ਇੰਚਾਰਜ ਬਣੇ, ਹੌਲੀ ਹੌਲੀ ਗਿਣਤੀ ਵੱਧਦੀ ਮਿਡਲ ਸਕੂਲ ਦੀ ਗਿਣਤੀ ਮੈਂ 300 ਤੱਕ ਲੈ ਗਿਆ। ਮਤਲਬ ਇੰਨਾ ਥੋੜ੍ਹਾ ਲੋਕਾਂ 'ਚ ਅਵੇਅਰਨੈਸ ਮਤਲਬ ਆ ਗਈ। ਕੁਛ ਕਹਿ ਲਓ ਕਿ ਮਿਹਨਤ ਕਰਾਉਣ ਲੱਗ ਪਏ। 300 ਬੱਚਾ ਮਿਡਲ ਸਕੂਲ ਦੇ ਵਿੱਚ ਕਰ ਦਿੱਤਾ ਸੀ ਅਸੀਂ। ਔਰ 26 ਪਿੰਡਾਂ ਦੇ ਬੱਚੇ ਉਸ ਸਕੂਲ ਦੇ ਵਿੱਚ ਪੜ੍ਹਦੇ ਸੀ। ਹੌਲੀ ਹੌਲੀ ਹਾਈ ਸਕੂਲ ਹੋ ਗਿਆ। 2001 ਦੇ ਵਿੱਚ ਹਾਈ ਸਕੂਲ ਦੇ ਇੰਚਾਰਜ ਬਣ ਗਏ, ਫਿਰ ਡੀਡੀਓ ਬਣ ਗਏ। ਬਹੁਤ ਮਿਹਨਤ ਕੀਤੀ। ਜਿਸ ਤਰ੍ਹਾਂ ਦੱਸਿਆ 8-9 ਕਿੱਲੇ ਜ਼ਮੀਨ ਸੀ ਉਹ ਛਡਵਾਈ ਡੀਸੀ ਸਾਹਿਬ ਦੇ ਕੇਸ ਕਰਕੇ। ਤਰੀਕਾਂ ਮੈਂ ਭੁਗਤਦਾ ਰਿਹਾ ਉੱਥੇ। ਤੇ ਆਉਣ ਲੱਗਿਆ ਨਬਾਰਡ ਦੇ ਵਿੱਚ, ਜਦੋਂ ਮੈਂ ਟ੍ਰਾਂਸਫਰ ਹੋ ਕੇ ਆਇਆ ਉਸ ਸਕੂਲ ਨਬਾਰਡ 'ਚ ਚਲੇ ਗਿਆ। 55 ਲੱਖ ਦੀ ਗ੍ਰਾਂਟ ਉਹ ਵੀ ਮੈਂ ਕੋਰਟ ਕੇਸ ਕਰਵਾ ਕੇ ਪਵਾਈ, ਕਿਉਂਕਿ ਉਹ ਜਿਹੜੀ ਆਪੋਜੀਸ਼ਨ ਪਾਰਟੀ ਸੀ ਉਹ ਚਾਹੁੰਦੇ ਸੀ ਵੀ ਇਹ ਕਿਸੇ ਹੋਰ ਸਕੂਲ ਨੂੰ ਪਾਈ ਜਾਵੇ।
ਉਹਦੀਆਂ ਵੀ ਮੈਂ ਲਾਸਟ ਤਰੀਕਾਂ ਜਾਣੀ ਇੱਥੇ ਜੁਆਇਨ ਕਰਨ ਤੋਂ ਬਾਅਦ ਵੀ ਉੱਥੇ ਤਰੀਕਾਂ 2 ਭੁਗਤ ਕੇ ਆਇਆ ਵੀ ਇਸ ਜਿਹੜੀ ਇਸ ਸਕੂਲ ਨੂੰ ਮਿਲਣੀ ਚਾਹੀਦੀ ਹੈ। ਸੋ ਇਸ ਤਰ੍ਹਾਂ ਵਿਚਰਦੇ 27/8/2008 ਨੂੰ ਇੱਥੇ ਟ੍ਰਾਂਸਫਰ ਹੋ ਗਈ ਅਜੀਤਪੁਰ ਜਾ ਕੇ। ਮੈਂ ਮੈਂਟਲੀ ਪ੍ਰਪੇਅਰ ਹੋ ਗਿਆ ਸੀ ਕਿ ਮੈਂ ਬਤੌਰ ਵੀਡੀਓ ਇੱਥੇ ਕੰਮ ਕੀਤਾ। ਸਟਾਫ ਬਹੁਤ ਘੱਟ ਹੁੰਦਾ ਸੀ, ਆਪੇ ਹੀ ਕਲਰਕ, ਆਪੇ ਹੀ ਸਾਇੰਸ ਮਾਸਟਰ, ਆਪੇ ਹੀ ਵੀਡੀਓ, ਆਪੇ ਹੀ ਕਲਾਸ ਕੋਰਸ, ਸਾਰੇ ਕੰਮ ਹੀ ਮਤਲਬ ਉੱਥੇ ਕੀਤੇ ਆ ਤੇ ਉਹਨਾਂ ਚੀਜ਼ਾਂ ਨੇ ਵੀ ਮੈਨੂੰ ਮਤਲਬ ਬਹੁਤ ਜ਼ਿਆਦਾ ਪੇ ਕੀਤਾ। ਇੱਥੇ ਮੇਰੇ 12 ਸਾਲ ਗੁਜ਼ਰੇ ਆ, ਜਿਸ ਤਰ੍ਹਾਂ ਸਾਰੇ ਸਟਾਫ ਮੈਂਬਰਸ ਨੇ ਜ਼ਿਕਰ ਕੀਤਾ। ਬਹੁਤ ਵਧੀਆ ਸਮਾਂ ਗੁਜ਼ਰਿਆ ਐਜ਼ ਏ ਸਾਇੰਸ ਮਾਸਟਰ। ਮੈਂ ਜ਼ਿਆਦਾਤਰ ਸਾਇੰਸ ਲੈਬ 'ਚ ਹੀ ਰਿਹਾ ਤੇ ਬੜਾ ਨਜ਼ਾਰਾ ਆਉਂਦਾ ਹੁੰਦਾ ਸੀਗਾ। ਆਰਾਮ ਨਾਲ ਦੇ ਪੀਰੀਅਡ ਲਾਉਣੇ ਤੇ ਉੱਥੇ ਜਾ ਕੇ ਬੈਠ ਜਾਣਾ। ਉਹ ਸਮਾਂ ਵੇਲਾ ਮਿਲ ਜਾਂਦਾ ਸੀਗਾ ਕਾਫੀ। ਕਈ ਵਾਰੀ ਸਾਡੇ ਪ੍ਰਿੰਸੀਪਲ ਹੁੰਦੇ ਹਰਬੰਸ ਸਾਹਿਬ ਜੀ ਨੇ ਕਹਿਣਾ ਭਾਊ ਕਿਤੇ ਇੱਧਰ ਚੜ੍ਹਦੇ ਪਾਸੇ ਨੂੰ ਹੀ ਆ ਜਾ ਕਰ, ਇਸ ਪਾਸੇ ਨੂੰ, ਕਿਉਂਕਿ ਉੱਥੋਂ ਆਈਦਾ ਹੀ ਨਹੀਂ ਸੀ। ਬਸ ਹਾਜ਼ਰੀ ਲਾਈ, ਉੱਥੇ ਜਾ ਕੇ ਸਾਇੰਸ ਲੈਬ 'ਚ ਬੈਠ ਕੇ ਸ਼ਾਮ ਨੂੰ ਹੀ ਆਉਣਾ। ਉਸ ਤੋਂ ਬਾਅਦ 19/5/2012 ਪ੍ਰਮੋਸ਼ਨ ਐਜ਼ ਏ ਲੈਕਚਰਰ ਹੋ ਗਈ। ਉਦੋਂ ਵੀ ਕਾਫੀ ਤਰੱਦਦ ਕਰਨਾ ਪਿਆ। 4-5 ਵਾਰੀ ਮੇਰਾ ਕੇਸ ਜਿਹੜਾ ਉਹ ਬੇਅੰਤ ਮੈਡਮ ਹੋਣਾ ਨੇ ਸਾਈਨ ਕਰ ਕਰਕੇ ਕਾਪੀਆਂ ਭੇਜੀਆਂ, ਕਹਿਣਾ ਵੀ ਸਰ ਬਸ ਮੈਨੂੰ ਲਾਸਟ ਹੀ ਭੇਜਣਾ, ਹੁਣ ਨਹੀਂ ਤੁਹਾਡਾ ਕੇਸ ਦੁਬਾਰਾ ਭੇਜਣਾ, ਪ੍ਰਮੋਸ਼ਨ ਹੋ ਜਾਏ। ਚਲੋ ਵਧੀਆ ਹੋ ਗਿਆ। ਤੇ ਕਿਵੇਂ ਸਮਾਂ ਲੰਘ ਗਿਆ। 2013 ਸਤੰਬਰ 2013 'ਚ ਸ਼ਾਇਦ ਬਦਲੀ ਹੋ ਗਈ ਸੀਗੀ। ਜੋਗਿੰਦਰ ਸਿੰਘ ਜੀ ਇੱਥੇ ਰਹੇ ਸੀਗੇ ਮੈਡੀਕਲ ਤੇ। ਉਹ ਤੋਂ ਬਾਅਦ ਕਲਾਸ ਭਾਰ ਮੈਂ ਸੰਭਾਲਿਆ ਤੇ ਚਲੋ ਮੈਂ ਜ਼ਿਆਦਾ ਡਿਟੇਲ 'ਚ ਨਾ ਜਾਵਾਂ, ਤੁਸੀਂ ਬਹੁਤ ਕੁਛ ਵਿਸਤਾਰ ਨਾਲ ਦੱਸਦਾ। ਮੈਂ ਆਪਦੀ ਜ਼ਿੰਮੇਵਾਰੀ ਨਿਭਾਈ ਪੂਰੀ, ਟੀਚਿੰਗ ਦੇ ਨਾਲ ਨਾਲ ਕਲਾਸਾਂ ਵੀ ਲਾਉਣੀਆਂ, ਕੰਮ ਵੀ ਕਰਨਾ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਪਰਿਵਾਰ ਦਾ ਵੀ ਸਹਿਯੋਗ ਹੈ। ਨੋ ਡਾਊਟ ਕਈ ਵਾਰੀ ਮੈਨੂੰ ਰਾਤ ਦੇ 11 ਵੱਜ ਜਾਂਦੇ ਹੁੰਦੇ ਸੀਗਾ, ਖਾਸ ਕਰਕੇ ਜਦੋਂ ਆਪਣੀਆਂ ਸਰਵਿਸ ਬੁੱਕਾਂ ਅਪਡੇਟ ਕੀਤੀਆਂ, ਆਨਲਾਈਨ ਕੀਤੀਆਂ ਤੇ ਮੈਨੂੰ, ਕਿਉਂਕਿ ਉਹ ਚੱਲਦੀਆਂ ਹੀ ਰਾਤ ਨੂੰ ਸੀ, ਸਾਈਟ ਹੀ ਰਾਤ ਨੂੰ ਚੱਲਦੀ ਸੀ। ਇਹਨਾਂ ਨੇ ਸੌਂ ਜਾਣਾ ਤੇ ਮੈਂ HRMS ਸ਼ੁਰੂ ਕਰ ਲੈਣੀ ਤੇ ਸਰਵਿਸ ਬੁੱਕਾਂ ਸ਼ੁਰੂ ਕਰਨੀ। ਕਿਸੇ ਦੀਆਂ ਛੁੱਟੀਆਂ, ਕਿਸੇ ਦਾ ਕੁਛ ਪਾਸਿਓਂ ਵੀ ਕਰਵਾਈਆਂ, ਕੁਛ ਆਪ ਕੀਤੀਆਂ। ਸਾਰਾ ਡਾਟਾ ਇੱਕ ਤਰ੍ਹਾਂ ਅਪਡੇਟ ਹੋ ਗਿਆ, ਆਨਲਾਈਨ ਹੋ ਗਿਆ। ਤੇ ਸਹਿਯੋਗ ਤਾਂ ਹੁੰਦੇ ਆ ਜੀ, ਚਾਹੇ ਮੈਂ ਨਹੀਂ ਕਹਿੰਦਾ ਕਿ ਮੈਂ ਹੀ ਆ, ਸਾਰੇ ਆਪਾਂ ਟੀਚਰਸ ਨੂੰ ਘਰ ਜਾ ਕੇ ਕੰਮ ਕਰਨਾ ਪੈਂਦਾ, ਬੱਚਿਆਂ ਦੇ ਨਾਲ ਕਰਨਾ ਪੈਂਦਾ ਜਾਂ ਪਰਿਵਾਰ ਦੇ ਨਾਲ ਆਪਾਂ ਨੂੰ ਕੋਈ ਨਾ ਕੋਈ ਐਸਟੀਮੇਟ ਜਿਹੜੀ ਹੈ ਕਰਨੀ ਪੈਂਦੀ ਹੈ। ਸੋ ਫਾਈਨਲੀ ਸਮਾਂ ਆਇਆ ਤੇ ਮੈਂ ਅਕਸਰ ਕਹਿੰਦਾ ਹੁੰਦਾ ਕਿ ਆਪਣੇ ਹੱਥੀਂ ਮੈਂ ਇੱਥੇ ਤਕਰੀਬਨ ਆਈ ਥਿੰਕ ਜ਼ਿਆਦਾ ਨਹੀਂ ਤਾਂ 8-9 ਰਿਟਾਇਰਮੈਂਟਸ ਤਾਂ ਹੋ ਚੁੱਕੀਆਂ ਜਦੋਂ ਕਦਾ ਮੈਂ ਇੱਥੇ ਜੁਆਇਨ ਕੀਤਾ। ਤੇ ਉਹਨਾਂ ਸਾਰਿਆਂ ਦੇ ਵਿੱਚ ਵੀ ਬਹੁਤ ਕੁਝ ਸਿੱਖਿਆ। ਮੌਕਾ ਮਿਲਿਆ ਵਿਚਰਨ ਦਾ, ਉਹਨਾਂ ਨਾਲ ਕੰਮ ਕਰਨ ਦਾ ਤੇ ਸਮਾਂ ਕਈ ਤਰ੍ਹਾਂ ਦੀਆਂ ਮਤਲਬ ਜ਼ਿੰਦਗੀ ਦੇ ਵਿੱਚ ਉਤਰਾਅ ਚੜ੍ਹਾਅ ਵੀ ਆਉਂਦੇ ਆ, ਚੰਗੇ ਵੀ ਆਉਂਦੇ ਆ, ਮਾੜੇ ਵੀ ਆਉਂਦੇ ਆ। ਤੇ ਚਲੋ ਸਟਾਫ ਦੇ ਨਾਲ ਪੁਰਾਣੇ ਜਿਹੜੇ ਚਲੇ ਗਏ ਉਹਨਾਂ ਦੇ ਨਾਲ ਵੀ ਹੁਣ ਵੀ ਜਿਹੜਾ ਮੌਜੂਦਾ ਸਟਾਫ ਆ ਉਹਨਾਂ ਦੇ ਨਾਲ ਵੀ ਬਹੁਤ ਵਧੀਆ ਕੋਰਡੀਅਲ ਰਿਲੇਸ਼ਨ ਰਹੇ ਆ, ਅੱਛੇ ਰਹੇ ਆ। ਆਪ ਜੀ ਨੂੰ ਕੋਸ਼ਿਸ਼ ਕਰੀਦੀ ਸੀ। ਬਾਕੀ ਉਹ ਦਿਨ 28 ਨੂੰ ਵੀ ਗੱਲ ਕਰਦੇ ਸਰ, ਬੇਅੰਤ ਮੈਡਮ ਕਹਿੰਦੇ ਸੀ ਵੀ ਜਿੱਥੇ 4 ਭਾਂਡੇ ਉਹ ਖੜਕ ਹੀ ਪੈਂਦੇ ਕਿਤੇ ਨਾ ਕਿਤੇ, ਤਾਂ ਕਦੇ ਕਿਤੇ ਚਲੋ ਖੜਕ ਵੀ ਪੈਂਦੇ ਸੀ, ਕਿਤੇ ਕੌਲੀਆਂ ਪਲੇਟਾਂ ਖੜਕ ਗਈਆਂ, ਕੋਈ ਕਦੇ ਚੱਲਦਾ ਰਿਹਾ ਕੰਮ। ਆਪਾਂ ਡੁੱਲਣ ਨਹੀਂ ਉਹ ਵੀ ਇੱਕ ਸ਼ਾਇਦ ਆਈ ਥਿੰਕ ਪਾਰਟ ਆਫ ਹੈ ਲਾਈਫ ਦਾ, ਕਿ ਜਿੰਨਾ ਚਿਰ ਕੋਈ ਕੋੜੇ ਮਿੱਠੇ ਤਜਰਬੇ ਨਾ ਹੋਣ ਉਹਨਾਂ ਚਿਰ ਜਿਹੜੀ ਹੈ ਉਹ ਗੱਲ ਬਣਦੀ ਨਹੀਂ। ਸੋ ਜ਼ਿਆਦਾ ਸਮਾਂ ਮੈਂ ਨਾ ਲੈਂਦਾ ਹੋਇਆ ਮਾਈਂਡ ਅਪ ਕਰੀਏ। ਬਹੁਤ ਧੰਨਵਾਦੀ ਹਾਂ। ਇੱਥੇ ਮੈਂ ਖਾਸ ਕਰਕੇ ਹਰਿੰਦਰ ਮੈਡਮ ਦਾ, ਇਹਨਾਂ ਨੇ ਜਦੋਂ ਦੀ ਟ੍ਰਾਂਸਫਰ ਹੋ ਗਈ ਇਹਨਾਂ ਦੀ, ਇਹਨਾਂ ਨੂੰ ਮੈਨੂੰ ਹੀ ਰਿਕੁਐਸਟ ਕੀਤੀ ਸੀ, ਮੈਂ ਕਿਹਾ ਮੈਡਮ ਮੇਰੀ ਰਿਟਾਇਰਮੈਂਟ ਤੱਕ ਤਾਂ ਮੈਂ ਤੁਸੀਂ ਤੁਰੇ ਆਓ ਨਾਲ ਚੁੱਪ ਕਰਕੇ, ਸਾਥ ਨਿਭਾਉਣਾ ਪਊਗਾ, ਕਿਉਂਕਿ ਆਨਲਾਈਨ ਵਾਲਾ ਕੰਮ ਮੈਂ ਛੱਡ ਗਿਆ ਸੀਗਾ ਤੇ ਇਹਨਾਂ ਨੇ ਬਹੁਤ ਵਧੀਆ ਸਾਥ ਨਿਭਾਇਆ। ਚਲੋ ਗਾਂ ਵੀ ਨਿਭਾਉਂਦੇ ਰਹਿਣਗੇ ਜਿਵੇਂ ਇਹਨਾਂ ਦਾ ਟਾਈਮ ਇਹਨਾਂ ਨੂੰ ਪਰਮਿਟ ਕਰਦਾ। ਤੇ ਬਾਕੀ ਸਕੂਲ ਦੇ ਵਿੱਚ ਵੀ ਸਟਾਫ ਨਾਲ ਵੀ ਅੱਛਾ ਰਿਹਾ, ਸਾਰਾ ਵਧੀਆ ਰਿਹਾ। ਤੇ ਮੈਂ ਇਹੀ ਕਹੂੰਗਾ ਕਿ ਜੇ ਉਹ ਜਿਵੇਂ ਕਹਿੰਦੇ ਨਾ ਵੀ ਅੱਜ ਵੈਸੇ ਮੇਰੀ ਕੋਸ਼ਿਸ਼ ਸੀ
ਵੀ ਮੋਸਟਲੀ ਆਪਾਂ ਸੋਚਦੇ ਹਾਂ ਕਿ ਜਦੋਂ ਰਿਟਾਇਰਮੈਂਟ ਹੁੰਦੀ ਨਾ ਉਦੋਂ ਫੈਬਰੀਕੇਟਡ ਜਿਹਾ ਮਤਲਬ ਬੋਲਿਆ ਜਾਂਦਾ ਹੈ ਵੀ ਆਮ ਆਪਾਂ ਕਹਿੰਦੇ ਨਹੀਂ ਬਸ ਵੀ ਹਾਂ ਜੋ ਕੁਛ ਕਰੂੰਗਾ ਸੱਚ ਹੀ ਬੋਲੂੰਗਾ, ਸੱਚ ਕੇ ਸਵਾਲ ਕੁਛ ਨਹੀਂ ਕਹੂੰਗਾ। ਲੇਕਿਨ ਠੀਕ ਹੈ, ਮੇਰੇ ਹਿਸਾਬ ਨਾਲ ਕਹਿਣਾ ਚਾਹੀਦਾ, ਖੁੱਲ ਕੇ ਕਹਿਣਾ ਚਾਹੀਦਾ। ਜੇ ਕਿਸੇ ਨੂੰ ਕੋਈ ਗਿਲਾ ਸ਼ਿਕਵਾ ਹੈ ਤਾਂ ਮੈਨੂੰ ਕੋਈ ਇਤਰਾਜ਼ ਨਹੀਂ, ਉਹ ਕਹਿ ਸਕਦਾ ਆਪਦਾ ਵੀ ਭਾਈ ਹਾਂ ਇੰਨਾ ਕੁ। ਉਹ ਵੈਸੇ ਮੈਨੂੰ ਆਪ ਨੂੰ ਵੀ ਪਤਾ ਹੁੰਦਾ ਕਿ ਪੁਲਾਂ ਦੀ ਗੱਲ ਕਰਦੇ ਨਾ, ਅਸੀਂ ਬੰਨੇ ਨਹੀਂ ਝੂਠੇ ਬੋਲ ਤਾਂ ਅਸੀਂ ਬੰਨੇ ਹੀ ਨਹੀਂ। ਮੈਂ ਨਹੀਂ ਕਿਹਾ ਜੀ ਇਹ ਸ਼ਬਦ ਨਹੀਂ, ਮੈਂ ਵੈਸੇ ਗੱਲ ਕਰਦਾ ਤੁਸੀਂ ਸਾਰੇ ਸਹਿਮਤ ਹੋਵੋਗੇ ਕਿ ਆਪਾਂ ਮੋਸਟਲੀ ਕਹਿੰਦੇ ਕਿ ਹਾਂ ਜੀ ਚੰਗਾ ਹੀ ਕਹਿਣਾ ਜੀ, ਮਾੜਾ ਕੁਛ ਨਹੀਂ ਕਹਿਣਾ। ਚਲੋ ਮੈਂ ਕਹਿੰਦਾ ਜੇ ਕਿਸੇ ਦਾ ਕੋਈ ਮਾੜਾ ਗੁਣ ਹੈ ਤੇ ਮਾੜਾ ਵੀ ਕਹਿਣਾ ਚਾਹੀਦਾ ਹੈ, ਤੇ ਉਹ ਵੀ ਆਈ ਥਿੰਕ ਇੱਕ ਪਾਰਟ ਹੁੰਦਾ ਬੰਦੇ ਦਾ। ਬਾਕੀ ਜਿਹੜੇ ਬੰਦੇ ਥੋੜੇ ਜਿਹੇ ਸੁਭਾਅ ਦੇ ਕੌੜੇ ਹੁੰਦੇ ਆ ਮੇਰੇ ਵਰਗੇ, ਉਹਨਾਂ ਦੇ ਦਿਲ 'ਚ ਕੁਛ ਨਹੀਂ ਹੁੰਦਾ, ਦਿਲ ਦੇ ਸਾਫ਼ ਹੁੰਦੇ ਆ। ਇਹ ਮੈਂ ਆਪਦੀ ਤਾਰੀਫ ਆਪ ਹੀ ਕਰ ਲੈਣਾ, ਦਿਲ 'ਚ ਕਦੀ ਨਹੀਂ ਰੱਖਿਆ, ਰੰਜਿਸ਼ ਕਦੀ ਨਹੀਂ ਰੱਖੀ ਵੀ ਜਾਂ ਫਲਾਣੇ ਨੇ ਐ ਕਿਹਾ ਤੇ ਇਹਦੇ ਨਾਲ ਐ ਕਰਨਾ, ਨਾ ਬਿਲਕੁਲ ਨਹੀਂ। ਅੱਜ ਇਸ ਤਰ੍ਹਾਂ ਰਾਜ ਦੱਸਦੇ ਆ, ਮੇਰੇ ਦਿਮਾਗ 'ਚ ਹੁੰਦੀ ਸੀ, ਮੇਰੇ ਰਾਤ ਨੂੰ ਵੀ ਟੈਨਸ਼ਨ ਹੁੰਦੀ ਸੀ ਵੀ ਇਸ ਮਹੀਨੇ ਹੁਣ ਫਲਾਣੇ ਦੀ ਇੰਕਰੀਮੈਂਟ ਲੱਗਣੀ ਹੈ, ਫਲਾਣੇ ਦੀ ACP ਲੱਗਣੀ ਹੈ, ਫਲਾਣੇ ਦਾ ਸਵੇਰੇ ਜਾ ਕੇ ਆਹ ਕੰਮ ਕਰਨਾ। ਮੈਂ ਕਦੀ ਮਨ 'ਚ ਨਹੀਂ ਰੱਖਿਆ। ਮੈਂ ਬਹੁਤੇ ਟੀਚਰਾਂ ਉੱਤੇ ਜਾ ਕੇ ਆਪ ਕਿਦੋਂ ਦਾ ਭਾਈ ਸਾਹਿਬ ਤੈਨੂੰ ਯਾਦ ਨਹੀਂ ਹੈਗਾ ਤੇਰੀ ਇੰਕਰੀਮੈਂਟ ਲੱਗਣੀ ਹੈ ਜਾਂ ਤੁਹਾਡਾ ਆਹ ਕੰਮ ਹੋਣਾ। ਮਤਲਬ ਉਹ ਚੀਜ਼ ਨੂੰ ਇੱਕ ਆਪ ਦਾ ਪੂਰਾ ਲਿਆ ਸੀਗਾ ਕਿ ਇਹ ਮੇਰੀ ਡਿਊਟੀ ਹੈ। ਜਦੋਂ ਮੈਨੂੰ ਉਹਦਾ ਚਾਰਜ ਮਿਲ ਗਿਆ ਤਾਂ ਦੈਨ ਇਟਸ ਮਾਈ ਡਿਊਟੀ। ਹਾਂ ਜ਼ਰੂਰ, ਕੋਈ ਗੱਲ ਨਹੀਂ ਜੀ, ਵੈਲਕਮ। ਬਾਕੀ ਇਹ ਫਰਕ ਹੁੰਦਾ, ਉਹ ਜਿਹੜੀ ਹੈ ਕਿਸੇ ਹੋਰ ਹੱਕ ਨਾਲ ਡਿਊਟੀ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਕਿਸੇ ਹੋਰ ਦੇ ਨਾਲ ਜਿਹੜਾ ਪਾਇਆ ਜਾਂਦਾ। ਸੋ ਬਹੁਤ ਧੰਨਵਾਦੀ ਹਾਂ ਪ੍ਰਿੰਸੀਪਲ ਮੈਡਮ ਦਾ, ਇਹਨਾਂ ਮਿੱਤਰ ਜੀ ਦਾ, ਸਾਰੇ ਸਟਾਫ ਦਾ ਜਿਨ੍ਹਾਂ ਨੇ ਇਹ ਫੰਕਸ਼ਨ ਆਰਗੇਨਾਈਜ਼ ਕੀਤਾ ਔਰ ਇਹਨਾਂ ਸਨਮਾਨ ਜਿਹੜਾ ਤੁਸੀਂ ਦਿੱਤਾ ਹੈ, ਆਪਣਾ ਸਮਾਂ ਕੱਢਿਆ ਹੈ। ਥੈਂਕ ਯੂ ਵੈਰੀ ਮਚ, ਬਹੁਤ ਬਹੁਤ ਧੰਨਵਾਦ। ਵੈਸੇ ਤਾਂ ਮਤਲਬ ਗਾਣੇ ਮੈਂ ਸੁਣ ਰਿਹਾ, ਸਟਾਫ ਸੁਣਾ ਰਿਹਾ। ਚਲੋ ਮੈਂ ਵੀ ਸੁਣਾ ਦਿੰਦਾ। ਬੱਚਿਆਂ ਨੇ ਬਹੁਤ ਸੋਹਣਾ, ਬੜੀਆਂ ਪਿਆਰੀਆਂ ਕੁੜੀਆਂ, ਬਹੁਤ ਵਧੀਆ ਸਿੰਗਰ ਆ ਸਾਡੀਆਂ, ਉਰਮਲਾ ਆਦਿ ਸੋ ਹੋਰ ਵੀ ਬੱਚੇ ਸਾਰੇ। ਚਲੋ ਮੈਂ 4 ਲਾਈਨਾਂ ਤੁਹਾਡੇ ਨਾਲ ਸ਼ੇਅਰ ਕਰਦਾ। ਜੀ ਕਰਦਾ ਤੇਰੇ, ਜੀ ਕਰਦਾ ਤੇਰੇ ਨੈਣਾਂ ਦਾ, ਜੀ ਕਰਦਾ ਤੇਰੇ ਨੈਣਾਂ ਦਾ, ਇੱਕ ਸੁਪਨਾ ਬਣਾ ਤੇ ਮੈਂ ਟੁੱਟ ਜਾਵਾਂ। ਜੀ ਕਰਦਾ ਤੇਰੇ ਨੈਣਾਂ ਦਾ, ਇੱਕ ਸੁਪਨਾ ਬਣਾ ਤੇ ਮੈਂ ਟੁੱਟ ਜਾਵਾਂ। ਪਲ ਤੋਂ ਪਲ ਪਲਕਾਂ ਦੀ ਦਹਲੀਜ਼ ਤੇ, ਪਲ ਤੋਂ ਪਲ ਪਲਕਾਂ ਦੀ ਦਹਲੀਜ਼ ਤੇ, ਇੱਕ ਅਥਰੂ ਬਣਾ ਤੇ ਮੈਂ ਸੁੱਕ ਜਾਵਾਂ। ਜੀ ਕਰਦਾ ਤੇਰੇ ਨੈਣਾਂ ਦਾ, ਇੱਕ ਸੁਪਨਾ ਬਣਾ ਤੇ ਮੈਂ ਟੁੱਟ ਜਾਵਾਂ। ਜੀ ਕਰਦਾ ਤੇਰੇ, ਮੈਂ ਤਰਾਹੀਆਂ ਦੇ ਹੋਠਾਂ ਦਾ ਕੋਈ ਗੀਤ ਹਾਂ, ਮੈਂ ਪਾਣੀ ਤੇ ਲਿਖਿਆ ਤਰਾਨਾ ਕੋਈ, ਮੈਂ
ਬਿਖੜੇ ਜੇ ਰਾਹਾਂ 'ਚ ਗਾਉਂਦੇ ਰਹੋ, ਮੈਨੂੰ ਬਿਖੜੇ ਜੇ ਰਾਹਾਂ 'ਚ ਗਾਉਂਦੇ ਰਹੋ ਕਿ ਮੰਜ਼ਿਲ ਮੇਰੇ ਤਾਂ ਮੈਂ ਮੁੱਕ ਜਾਵਾਂ। ਜੀ ਕਰਦਾ ਤੇਰੇ ਨੈਣਾਂ ਦਾ ਇੱਕ ਸੁਪਨਾ ਬਣਾ ਤੇ ਮੈਂ ਟੁੱਟ ਜਾਵਾਂ। ਜੀ ਕਰਦਾ ਤੇਰੇ ਨੈਣਾਂ ਦਾ। ਮੈਂ ਤਾਂ ਕੋਮਲ ਜਿਹੇ ਦਿਲ ਦਾ ਅਹਿਸਾਸ ਹਾਂ, ਮੈਂ ਮੁੰਦਰੀ 'ਚ ਜੜਿਆ ਨਗੀਨਾ ਨਹੀਂ। ਮੈਂ ਤਾਂ ਕੋਮਲ ਜਿਹੇ ਦਿਲ ਦਾ ਅਹਿਸਾਸ ਹਾਂ, ਮੈਂ ਮੁੰਦਰੀ 'ਚ ਜੜਿਆ ਨਗੀਨਾ ਨਹੀਂ। ਮੈਂ ਤਾਂ ਫੁੱਲਾਂ ਜਿਹੀ ਉਮਰ ਲੱਭਦਾ ਹਾਂ ਯਾਰ, ਮੈਂ ਤਾਂ ਫੁੱਲਾਂ ਜਿਹੀ ਉਮਰ ਲੱਭਦਾ ਹਾਂ ਯਾਰ ਕਿ ਮਹਿਕਾਂ ਖਿੰਡਾਵਾਂ ਤੇ ਸੁੱਕ ਜਾਵਾਂ। ਕੀ ਕਰਦਾ ਤੇਰੇ ਨੈਣਾਂ ਦਾ। ਮੇਰੀ ਤਕਦੀਰ ਐਨੀ ਬੁਰੀ ਵੀ ਨਹੀਂ, ਮੇਰੀ ਤਕਦੀਰ ਐਨੀ ਬੁਰੀ ਵੀ ਨਹੀਂ ਕਿ ਮੈਨੂੰ ਜ਼ੁਲਫਾਂ ਦੇ ਬਦਲਾਂ ਦੀ ਸ਼ਾਨ ਮਿਲੇ। ਮੇਰੀ ਤਕਦੀਰ ਐਨੀ ਬੁਰੀ ਵੀ ਨਹੀਂ ਕਿ ਮੈਨੂੰ ਜ਼ੁਲਫਾਂ ਦੇ ਬਦਲਾਂ ਦੀ ਸ਼ਾਨ ਮਿਲੇ। ਖੌਰੇ ਫਿਰ ਵੀ ਕਿਉਂ ਕਰਦਾ ਚਿੱਤ ਦੋਸਤੋ, ਖੌਰੇ ਫਿਰ ਵੀ ਕਿਉਂ ਕਰਦਾ ਚਿੱਤ ਦੋਸਤੋ ਕਿ ਮੈਂ ਰੁੱਸੇ ਮਨਾਵਾਂ ਤੇ ਰੁੱਸ ਜਾਵਾਂ। ਜੀ ਕਰਦਾ ਤੇਰੇ ਨੈਣਾਂ ਦਾ। Thank you. ਇੰਨੀ ਮਿੱਠੀ ਆਵਾਜ਼ ਸਭ ਦੀ ਜੀ ਕਰਦਾ ਕੰਟੀਨਿਊ ਚੱਲੀ ਜਾਵੇਗੀ। ਬਹੁਤ ਹੀ ਸੋਹਣੀ ਆਵਾਜ਼ ਵਿੱਚ ਸਰ ਨੇ ਗੀਤ ਸੁਣਾਇਆ। ਇਸ ਤੋਂ ਬਾਅਦ ਮੈਂ ਬੇਨਤੀ ਕਰਦਾ ਹਾਂ ਕਿ ਬੇਅੰਤ ਮੈਮ ਤੇ ਸਾਰਾ ਸਟਾਫ ਜਿਹੜਾ ਹੈਗਾ ਆਪਣਾ ਅੱਜ ਸਟੇਜ ਉੱਪਰ ਆ ਜਾਵੇ ਜਾਂ ਸਾਨੂੰ ਆਪਾਂ ਗਿਫਟ ਜਿਹੜਾ ਆਪਣੇ ਵੱਲੋਂ ਪਿਆਰ ਭਰਿਆ ਛੋਟਾ ਜਿਹਾ ਜਿੰਨਾ ਪੇਸ਼ ਕਰ ਸਾਰਾ ਸਟਾਫ